ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਮੇਰਾ ਬਹੁਤ ਪਿਆਰ ਭਰਾ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਸਾਹਮਣੇ ਦੁਬਾਰਾ ਇੱਕ ਵਾਰੀ ਬੁੱਧਵਾਰ ਨੂੰ ਤੁਹਾਡੇ ਨਾਲ ਗੱਲਾਂ ਕਰਨ ਲਈ ਤੁਹਾਡੇ ਸਾਹਮਣੇ ਆਈ ਹਾਂ, ਜਿਹਦੇ 'ਚ ਮੈਂ ਤੁਹਾਨੂੰ ਕੋਵਿਡ ਦੀ ਬਿਮਾਰੀ ਦੀ ਤਾਜ਼ਾ ਜਾਣਕਾਰੀ ਦੇਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਮੈਂ ਦੁਬਾਰਾ ਸਾਰਿਆਂ ਨੂੰ ਇੱਕ ਪੋਜ਼ਿਟਿਵ ਨਿਊਜ਼ ਦੇ ਨਾਲ ਸ਼ੁਰੂ ਕਰਨਾ ਚਾਹ ਰਹੀ ਹਾਂ ਅੱਜ ਦੀ ਗੱਲ, ਕਿ ਜਿਹੜਾ ਅਸੀਂ ਇੱਕ ਪੋਜ਼ਿਟਿਵ ਟ੍ਰੈਂਡ ਦੇਖਣਾ ਸ਼ੁਰੂ ਕੀਤਾ ਸੀ ਪਿਛਲੇ ਕੁਝ ਹਫ਼ਤਿਆਂ ਤੋਂ 2 ਹਫ਼ਤਿਆਂ ਤੋਂ, ਜਿਹਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਨੰਬਰ ਆਫ ਕੇਸਿਸ ਦੀ ਗਿਣਤੀ ਘਟ ਰਹੀ ਹੈ। ਅੱਜ ਦੀ ਡੇਟ ਵਿੱਚ ਉਹ ਟ੍ਰੈਂਡ ਕੰਟੀਨਿਊ ਕਰ ਰਿਹਾ ਹੈ। ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਡੇਲੀ ਦੇ ਜਿੰਨੇ ਮਰੀਜ਼ ਪੋਜ਼ਿਟਿਵ ਆ ਰਹੇ ਸੀ ਉਹ ਗਿਣਤੀ ਘਟ ਗਈ ਹੈ, ਤੇ ਕੱਲ੍ਹ ਦਾ ਦਿਨ ਇਸ ਤਰ੍ਹਾਂ ਦਾ ਸੀ ਜਿਸ ਦਿਨ ਕੋਈ ਪੋਜ਼ਿਟਿਵ ਮਰੀਜ਼ ਨਵਾਂ ਸਾਡੇ ਸਾਹਮਣੇ ਨਹੀਂ ਆਇਆ ਸੀ। ਅੱਜ ਤੱਕ ਟੋਟਲ ਸਾਡੇ ਜ਼ਿਲ੍ਹੇ ਦੇ ਵਿੱਚ 1872 ਮਰੀਜ਼ ਹੈ ਜਿਹੜੇ ਕੋਵਿਡ ਦੀ ਬਿਮਾਰੀ ਨਾਲ ਪੋਜ਼ਿਟਿਵ ਹੋ ਚੁੱਕੇ ਹਨ, ਅਤੇ ਉਸ ਵਿੱਚੋਂ 1770 ਮਰੀਜ਼ ਠੀਕ ਹੋ ਕੇ ਵਾਪਸ ਜਾ ਚੁੱਕੇ ਹਨ, ਜਿਸ ਦਾ ਮਤਲਬ ਹੈ ਕਰੀਬ 95% ਪੇਸ਼ੈਂਟਸ ਰਿਕਵਰ ਹੋ ਕੇ ਠੀਕ ਹੋ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਹਨ। ਅੱਜ ਦੀ ਡੇਟ ਵਿੱਚ ਕਰੀਬ 43 ਮਰੀਜ਼ ਹੈ ਜੋ ਪੋਜ਼ਿਟਿਵ ਹਨ, ਜਿਹੜੇ ਐਕਚੁਅਲੀ ਇਸ ਬਿਮਾਰੀ ਨਾਲ ਪੀੜਿਤ ਹਨ, ਅਤੇ ਉਹਨਾਂ ਵਿੱਚੋਂ 32 ਮਰੀਜ਼ ਘਰ ਵਿੱਚ ਇਕਾਂਤਵਾਸ ਵਿੱਚ ਆਪਣਾ ਇਲਾਜ ਕਰਾ ਰਹੇ ਹਨ। ਤੇ ਪੋਜ਼ਿਟਿਵ ਟ੍ਰੈਂਡ ਇਹ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਨੰਬਰ ਆਫ ਕੇਸਿਸ ਦੀ ਗਿਣਤੀ ਘਟ ਰਹੀ ਹੈ, ਤੇ ਜਿਸ ਨਾਲ ਹੋਰ ਜ਼ਿਆਦਾ ਕੇਸਿਸ ਦਾ ਮਾਮਲਾ ਸਾਹਮਣੇ ਨਹੀਂ ਆ ਰਿਹਾ। ਇਸ ਤੋਂ ਇਲਾਵਾ ਦੂਜੀ ਚੰਗੀ ਖੁਸ਼ਖਬਰੀ ਜਿਹੜੀ ਮੈਂ ਸਾਰਿਆਂ ਨੂੰ ਦੁਬਾਰਾ ਦੱਸਣਾ ਚਾਹੁੰਦੀ ਹਾਂ, ਕਿ ਜੇ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ, ਜੇ ਮਰੀਜ਼ ਪੋਜ਼ਿਟਿਵ ਆਉਂਦੇ ਹਨ, ਤਾਂ ਸਾਡੇ ਕੋਲ ਇੰਨੀ ਫੈਸਿਲਿਟੀ ਹੈ ਕਿ ਅਸੀਂ ਆਪਣੇ ਸਿਵਲ ਹਸਪੀਟਲ ਨਵਾਂ ਸ਼ਹਿਰ ਦੇ ਵਿੱਚ ਹੀ ਉਹਨਾਂ ਦਾ ਇਲਾਜ ਕਰ ਸਕਦੇ ਹਾਂ। ਸਾਡੇ ਕੋਲ ਵੈਂਟੀਲੇਟਰਸ ਵੀ ਹਨ, ਹੋਰ ਜਿੰਨੀ ਮਸ਼ੀਨਾਂ ਹੈ ਉਹ ਵੀ ਸਾਰੀ ਉਪਲਬਧ ਹਨ। ਉਸ ਤੋਂ ਇਲਾਵਾ ਐਮਰਜੈਂਸੀ ਮਸ਼ੀਨਸ ਵੀ ਉਪਲਬਧ ਹਨ, ਅਤੇ ਮਸ਼ੀਨਾਂ ਦੇ ਨਾਲ ਨਾਲ ਸਾਡਾ ਸਟਾਫ ਵੀ ਪੂਰੀ ਤਰ੍ਹਾਂ ਟ੍ਰੇਨਡ ਹੋ ਚੁੱਕਿਆ ਹੈ। ਉਹਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ, ਤੇ ਸਾਡਾ ਸਟਾਫ ਇਹ ਫੁੱਲੀ ਇਕਵਿਪਡ ਮਸ਼ੀਨਾਂ ਦੇ ਨਾਲ ਜੇ ਕੋਈ ਵੀ ਮਰੀਜ਼ ਪੋਜ਼ਿਟਿਵ ਆਉਂਦਾ ਹੈ ਉਹਨਾਂ ਦੇ ਇਲਾਜ ਲਈ ਤਿਆਰ ਹੈ। ਇਹ ਸਾਰੀ ਗੱਲਾਂ ਦੱਸਣ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਲਈ ਵੀ ਸੁਚੇਤ ਕਰਨਾ ਚਾਹੁੰਦੀ ਹਾਂ ਕਿ ਵਰਲਡ ਵਾਈਡ ਇੱਕ ਟ੍ਰੈਂਡ ਨੋਟਿਸ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਕੰਟਰੀਜ਼ ਵਿੱਚ ਸ਼ੁਰੂਆਤ ਵਿੱਚ ਕੋਵਿਡ ਦੀ ਬਿਮਾਰੀ ਫੈਲੀ ਸੀ, ਇੰਡੀਆ ਵਿੱਚ ਇਹ ਬਿਮਾਰੀ ਕਾਫੀ ਬਾਅਦ ਆਈ ਸੀ। ਪਹਿਲਾਂ ਇਹ ਬਿਮਾਰੀ ਬਾਹਰ ਦੇ ਮੁਲਕਾਂ ਦੇ ਵਿੱਚ ਜ਼ਿਆਦਾ ਫੈਲ ਰਹੀ ਸੀ, ਤੇ ਹੁਣ ਇੱਕ ਟ੍ਰੈਂਡ ਇਹ ਨੋਟਿਸ ਕੀਤਾ ਹੈ ਕਿ ਦੂਜੇ ਮੁਲਕਾਂ ਦੇ ਵਿੱਚ ਬਿਮਾਰੀ ਫੈਲ ਕੇ ਇੱਕ ਵਾਰੀ ਘਟ ਗਈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਪੀਕ ਤੋਂ ਬਾਅਦ ਵਾਪਸ ਨੰਬਰ ਆਫ ਕੇਸਿਸ ਦੀ ਗਿਣਤੀ ਘਟ ਗਈ। ਬਟ ਹੁਣ ਦੁਬਾਰਾ ਬਾਹਰ ਦੇ ਦੇਸ਼ਾਂ ਦੇ ਵਿੱਚ ਇੱਕ ਦੂਜੀ ਪੀਕ ਇਹ ਪਾਈ ਜਾ ਰਹੀ ਹੈ। ਦੂਜੀ ਪੀਕ ਦਾ ਮਤਲਬ ਹੈ ਇੱਕ ਵਾਰੀ ਬਿਮਾਰੀ ਘਟਣ ਤੋਂ ਬਾਅਦ ਦੁਬਾਰਾ ਬਿਮਾਰੀ ਜ਼ਿਆਦਾ ਫੈਲ ਜਾਣਾ, ਅਤੇ ਦੁਬਾਰਾ ਲੋਕਾਂ ਦੇ ਕੇਸਿਸ ਦੀ ਗਿਣਤੀ ਦੇ ਵਿੱਚ ਵਾਧਾ ਹੋ ਜਾਣਾ। ਸੋ ਅੱਜ ਦੀ ਡੇਟ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ ਨੰਬਰ ਆਫ ਕੇਸਿਸ ਦੀ ਗਿਣਤੀ ਘਟ ਰਹੀ ਹੈ। ਇਹ ਇੱਕ ਬਹੁਤ ਹੀ ਪੋਜ਼ਿਟਿਵ ਟ੍ਰੈਂਡ ਹੈ। ਇਸ ਖੁਸ਼ੀ ਦੇ ਵਿੱਚ ਸਾਨੂੰ ਇਹ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਦੂਜੇ ਮੁਲਕਾਂ ਤੋਂ ਵੀ ਇਹ ਸਬਕ ਲਈਏ ਤੇ ਸੁਚੇਤ ਰਹੀਏ। ਜੇ ਦੂਜੇ ਮੁਲਕਾਂ ਦੇ ਵਿੱਚ ਬਿਮਾਰੀ ਘਟ ਕੇ ਦੁਬਾਰਾ ਫੈਲ ਸਕਦੀ ਹੈ, ਦੁਬਾਰਾ ਕੇਸਿਸ ਦੀ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਹੈ, ਤਾਂ ਇਹ ਗੱਲ ਕੱਲ ਸਾਡੇ ਇਲਾਕੇ ਦੇ ਵਿੱਚ ਵੀ ਪੋਸੀਬਲ ਹੈ। ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਹੁਣ ਵੀ ਆਪਣੀ ਪ੍ਰੀਕਾਸ਼ਨਸ ਵਰਤਦੇ ਰਹੀਏ। ਬਿਮਾਰੀ ਘਟ ਰਹੀ ਹੈ, ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੋਜ਼ਿਟਿਵ ਹਨ ਉਹਨਾਂ ਦੇ ਵਿੱਚ ਘਾਟਾ ਹੋ ਰਿਹਾ ਹੈ, ਪਰ ਵਾਇਰਸ ਹਲੇ ਮਰਿਆ ਨਹੀਂ ਹੈ। ਵਾਇਰਸ ਹਲੇ ਸਾਡੇ ਵਿੱਚ ਹੀ ਹੈ, ਤੇ ਸਾਨੂੰ ਇਹ ਧਿਆਨ ਰੱਖਣਾ ਹੈ ਕਿ ਅਸੀਂ ਆਪਣੀ ਪ੍ਰੀਕਾਸ਼ਨਸ ਰੱਖੀਏ, ਤਾਂ ਕਿ ਕੱਲ ਇਸ ਤਰ੍ਹਾਂ ਨਾ ਹੋ ਜਾਏ ਕਿ ਵਾਇਰਸ ਦੁਬਾਰਾ ਐਕਟਿਵ ਹੋ ਜਾਏ ਅਤੇ ਸਾਡੇ ਜ਼ਿਲ੍ਹੇ ਦੇ ਵਿੱਚ ਦੁਬਾਰਾ ਪਹਿਲਾਂ ਦੀ ਤਰ੍ਹਾਂ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਏ। ਤੇ ਇਹ ਸਾਰਾ ਤੁਹਾਡੇ ਹੱਥਾਂ ਵਿੱਚ ਹੀ ਹੈ, ਇਹ ਸਾਰਾ ਅਸੀਂ ਮਿਲ ਕੇ ਹੀ ਕਰ ਸਕਦੇ ਹਾਂ। ਤੁਸੀਂ ਪਹਿਲਾਂ ਵੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਨੇ, ਅਸੀਂ ਸਾਰਿਆਂ ਨੇ ਮਿਲ ਕੇ ਬਹੁਤ ਮੁਸ਼ਕਿਲ ਸਮਾਂ ਦੇਖਿਆ ਹੈ, ਜਦ ਸਾਡੇ ਕੋਲ ਬਹੁਤ ਜ਼ਿਆਦਾ ਮਰੀਜ਼ ਵੀ ਆ ਰਹੇ ਸੀ, ਅਤੇ ਬਹੁਤ ਮੁਸ਼ਕਿਲ ਨਾਲ ਅਸੀਂ ਆਪਣੇ ਲੋਕਾਂ ਨੂੰ ਠੀਕ ਕਰਕੇ ਲਿਆਏ ਹਾਂ। ਅਫਸੋਸ ਦੀ ਗੱਲ ਹੈ ਤੇ ਕਿਤੇ ਕਿਤੇ ਅਸੀਂ ਲੋਕਾਂ ਨੂੰ ਨਹੀਂ ਵੀ ਬਚਾ ਪਾਏ, ਦੇ ਕਈ ਸਾਡੇ ਲੋਕਾਂ ਨੂੰ ਇਸ ਬਿਮਾਰੀ ਦੇ ਕਾਰਨ
ਕਈ ਘਰਾਂ ਦੇ ਵਿੱਚ ਨੁਕਸਾਨ ਵੀ ਹੋਇਆ ਹੈ, ਕਈ ਘਰਾਂ ਦੇ ਵਿੱਚ ਕਈ ਲੋਕਾਂ ਦੀ ਮੌਤ ਵੀ ਹੋਈ ਹੈ, ਪਰ ਸਾਨੂੰ ਅੱਗੇ ਤੋਂ ਵੀ ਇਹ ਬਿਮਾਰੀ ਨੂੰ ਫੈਲਣ ਲਈ ਤੋਂ ਬਚਾਉਣਾ ਹੈ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 2 ਹਫ਼ਤੇ ਅਸੀਂ ਸਾਰੇ ਦੀਵਾਲੀ ਦੇ ਤਿਉਹਾਰ ਦੀ ਵੇਟ ਕਰ ਰਹੇ ਹਾਂ। ਅਸੀਂ ਇਸ ਸੰਡੇ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾ ਕੇ ਚੁੱਕੇ ਹਾਂ। ਤਿਉਹਾਰ ਦੀ ਖੁਸ਼ੀਆਂ ਦੇ ਵਿੱਚ ਅਸੀਂ ਆਪਣੀ ਸਾਵਧਾਨੀਆਂ ਜ਼ਰੂਰ ਵਰਤੀਏ। ਇਹ ਬਹੁਤ ਹੀ ਜ਼ਰੂਰੀ ਹੈ ਕਿ ਆਮ ਤੌਰ 'ਤੇ ਜਦ ਇਹ ਤਿਉਹਾਰ ਦੇ ਦਿਨ ਹੁੰਦੇ ਹੈ ਅਸੀਂ ਬਾਜ਼ਾਰਾਂ 'ਚ ਜਾਂਦੇ ਹਾਂ, ਖਰੀਦਦਾਰੀ ਕਰਦੇ ਹਾਂ, ਲੋਕਾਂ ਨੂੰ ਮਿਲਦੇ ਹਾਂ, ਆਪਣੇ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਮਿਲਦੇ ਹਾਂ, ਉਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਆਪਣੀ ਖੁਸ਼ੀ ਸਾਂਝਾ ਕਰਦੇ ਹਾਂ। ਇਹ ਸਾਰਾ ਕਰਦੇ ਹੋਏ ਸਾਨੂੰ ਸਾਵਧਾਨੀਆਂ ਨੂੰ ਨਹੀਂ ਭੁੱਲਣਾ ਹੈ, ਕਿਉਂਕਿ ਜੇ ਅਸੀਂ ਇਹ ਸਾਵਧਾਨੀਆਂ ਵਰਤਦੇ ਰਹਾਂਗੇ, ਹਮੇਸ਼ਾ ਮਾਸਕ ਪਾ ਕੇ ਰੱਖਾਂਗੇ, ਸਮੇਂ-ਸਮੇਂ 'ਤੇ ਹੱਥ ਧੋਂਦੇ ਰਹਾਂਗੇ ਅਤੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਾਂਗੇ, ਤਾਂ ਹੀ ਅਸੀਂ ਜਿਹੜਾ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਹੈ, ਘਟਾਇਆ ਹੈ, ਅਸੀਂ ਇਸ ਨੂੰ ਮੁਕੰਮਲ ਤੌਰ 'ਤੇ ਕੰਟੀਨਿਊ ਰੱਖ ਸਕਦੇ ਹਾਂ ਅਤੇ ਦੁਬਾਰਾ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਪਿਛਲੇ ਕੁਝ ਦਿਨਾਂ ਦੀ ਗੱਲ ਹੈ, ਮੈਂ ਕਈ ਜਗ੍ਹਾ ਸ਼ਹਿਰ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਜਦੋਂ ਲੋਕਾਂ ਨੂੰ ਮਿਲੀ ਤਾਂ ਮੈਨੂੰ ਲੋਕਾਂ ਨੇ ਇਹ ਦੱਸਿਆ, ਕੁਝ ਲੇਡੀਜ਼ ਨੇ ਇਹ ਦੱਸਿਆ ਕਿ ਜੀ ਹੁਣ ਮਾਸਕ ਦੀ ਲੋੜ ਨਹੀਂ ਹੈ, ਹੁਣ ਕੋਰੋਨਾ ਚਲਾ ਗਿਆ। ਤਾਂ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹ ਰਹੀ ਹਾਂ ਕਿ ਬਿਮਾਰੀ ਹਲੇ ਗਈ ਨਹੀਂ ਹੈ, ਵਾਇਰਸ ਸਾਡੇ ਵਿੱਚ ਹੀ ਘੁੰਮ ਰਿਹਾ ਹੈ ਅਤੇ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਬਿਮਾਰੀ ਦੇ ਘੱਟ ਹੋਣ ਦੀ ਖੁਸ਼ੀ ਜ਼ਰੂਰ ਮਨਾਈਏ, ਪਰ ਉਸ ਦੇ ਨਾਲ ਨਾਲ ਆਪਣੀ ਸਾਵਧਾਨੀਆਂ ਨੂੰ ਵਰਤਣਾ ਨਾ ਭੁੱਲੀਏ। ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਹਰ ਸਮੇਂ ਮਾਸਕ ਪਾ ਕੇ ਰੱਖੀਏ, ਕਿਉਂਕਿ ਅੱਜ ਦੀ ਡੇਟ ਵਿੱਚ ਜਦ ਤੱਕ ਕੋਈ ਵੈਕਸੀਨ ਬਣ ਕੇ ਨਹੀਂ ਆਉਂਦੀ ਹੈ, ਇਹ ਮਾਸਕ ਨੇ ਹੀ ਸਾਡੀ ਲਈ ਵੈਕਸੀਨ ਦਾ ਕੰਮ ਕਰਨਾ ਹੈ। ਸੋ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਆਪਣੀ ਸਾਵਧਾਨੀਆਂ ਵਰਤੀਏ, ਮਾਸਕ ਪਾ ਕੇ ਰੱਖੀਏ। ਜੇ ਕਿਸੇ ਨੂੰ ਵੀ ਕਿਸੇ ਸਮੇਂ ਕੋਈ ਵੀ ਲੱਛਣ ਲੱਗਦੇ ਹਨ ਤਾਂ ਆਪਾਂ 104 'ਤੇ ਕਾਲ ਕਰੀਏ, ਸੈਂਪਲਿੰਗ ਜ਼ਰੂਰ ਕਰਾਈਏ। ਸਾਡਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਸੈਂਪਲਿੰਗ ਹਰ ਸਮੇਂ ਚੱਲਦੀ ਰਹੇ, 24 ਘੰਟੇ ਸੈਂਪਲਿੰਗ ਚੱਲਦੀ ਹੈ। ਜੇ ਕਿਸੇ ਨੂੰ ਕਿਸੇ ਸਮੇਂ ਵੀ ਕੋਈ ਤਕਲੀਫ ਹੈ, ਉਹ ਜ਼ਿਲ੍ਹਾ ਹਸਪੀਟਲ ਵਿੱਚ ਆ ਕੇ ਸੈਂਪਲਿੰਗ ਕਰਵਾ ਸਕਦਾ ਹੈ। ਉਸ ਤੋਂ ਇਲਾਵਾ ਜਿੰਨੇ ਵੀ ਹੋਰ ਫੈਸਿਲਿਟੀਜ਼ ਹੈ, ਜਿੰਨੇ ਵੀ PHCs ਹੈ, ਸਾਰੀ ਜਗ੍ਹਾ ਸੈਂਪਲਿੰਗ ਚੱਲ ਰਹੀ ਹੈ। ਤਾਂ ਜੇ ਕਿਸੇ ਨੂੰ ਕੋਈ ਵੀ ਲੱਛਣ ਲੱਗਦੇ ਹਨ, ਅਸੀਂ ਜਾ ਕੇ ਆਪਣੀ ਸੈਂਪਲਿੰਗ ਜ਼ਰੂਰ ਕਰਾਈਏ, ਜੋ ਬਿਲਕੁਲ ਫ੍ਰੀ ਆਫ ਕਾਸਟ ਹੁੰਦੀ ਹੈ ਅਤੇ ਉਸ ਦਾ 1 ਦਿਨ ਦੇ ਅੰਦਰ ਰਿਜ਼ਲਟ ਵੀ ਆ ਜਾਂਦਾ ਹੈ। ਇਸ ਦੇ ਨਾਲ ਨਾਲ ਹੀ ਅਸੀਂ ਸਾਵਧਾਨੀਆਂ ਜ਼ਰੂਰ ਵਰਤੀਏ। ਕੋਵਾ ਐਪ ਡਾਊਨਲੋਡ ਕਰੀਏ, ਕਿਉਂਕਿ ਕੋਵਾ ਐਪ ਤੋਂ ਸਾਨੂੰ ਸਮੇਂ-ਸਮੇਂ 'ਤੇ ਜਾਣਕਾਰੀ ਮਿਲਦੀ ਰਹੇਗੀ ਕਿ ਬਿਮਾਰੀ ਦੀ ਕੀ ਸਥਿਤੀ ਹੈ, ਅਤੇ ਜੇ ਅਸੀਂ ਕਿਸੇ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਹਾਂ, ਸਾਨੂੰ ਉਹਦੀ ਵੀ ਜਾਣਕਾਰੀ ਮਿਲ ਜਾਏਗੀ ਤਾਂ ਜੋ ਅਸੀਂ ਚੰਗੀ ਤਰ੍ਹਾਂ ਪ੍ਰੀਕਾਸ਼ਨਸ ਯੂਜ਼ ਕਰ ਸਕੀਏ। ਤਾਂ ਮੇਰੀ ਸਾਰੇ ਲੋਕਾਂ ਨੂੰ, ਨਵਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਅਸੀਂ ਇਹ ਸਾਵਧਾਨੀਆਂ ਜ਼ਰੂਰ ਵਰਤੀਏ, ਕਿਉਂਕਿ ਇਹਨਾਂ ਨੂੰ ਦੇਖਦੇ ਹੋਏ ਹੀ, ਸਾਵਧਾਨੀਆਂ ਵਰਤਦੇ ਹੋਏ ਹੀ ਅਸੀਂ ਇਸ ਬਿਮਾਰੀ ਤੋਂ ਬਚੇ ਰਹਿ ਸਕਦੇ ਹਾਂ। ਅਤੇ ਇਹਦੇ ਵਿੱਚ ਜੇ ਤੁਹਾਡਾ ਸਾਥ ਨਹੀਂ ਹੋਏਗਾ ਤਾਂ ਹੀ ਅਸੀਂ ਆਪਣੇ ਨਵਾਂ ਸ਼ਹਿਰ ਨੂੰ ਕੋਰੋਨਾ ਤੋਂ ਮੁਕਤ ਕਰ ਸਕਦੇ ਹਾਂ। ਅਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਮਿਲ ਕੇ ਇਹ ਨਵਾਂ ਸ਼ਹਿਰ ਨੂੰ ਕੋਰੋਨਾ ਤੋਂ ਮੁਕਤ ਜ਼ਰੂਰ ਕਰਾਂਗੇ। ਥੈਂਕ ਯੂ।